ਪਿਆਰੇ ਵਿਦਿਆਰਥੀਓ, ਅੱਜ ਅਸੀਂ ਸਾਡਾ ਜਿਹੜਾ ਇਤਿਹਾਸ ਦਾ 9ਵੀਂ ਜਮਾਤ ਦਾ ਦੂਜਾ ਪਾਠ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ, ਇਹਦੇ ਅਸੀਂ 2 ਪਾਰਟ ਡਿਸਕਸ ਕਰ ਚੁੱਕੇ ਹਾਂ। ਪਹਿਲੇ ਪਾਰਟ ਦੇ ਵਿੱਚ ਜਿਹੜੀ ਵੀਡੀਓ ਦਾ ਪਹਿਲਾ ਪਾਰਟ ਸੀਗਾ, ਪਹਿਲਾ ਲੈਸਨ ਸੀ, ਉਹਦੇ ਵਿੱਚ ਅਸੀਂ ਪੂਰਾ ਲੈਸਨ ਪੜ੍ਹਿਆ। ਉਸ ਤੋਂ ਬਾਅਦ ਪਾਰਟ 2 ਦੇ ਵਿੱਚ, ਭਾਗ 2 ਦੇ ਵਿੱਚ ਅਸੀਂ ਉਹਦੀ ਦੁਹਰਾਈ ਕੀਤੀ ਸੀ। ਔਰ ਅੱਜ ਇਸ ਪਾਰਟ 3 ਜਿਹੜਾ ਹੈਗਾ, ਤੀਜੇ ਭਾਗ ਦੇ ਵਿੱਚ ਅਸੀਂ ਇਤਿਹਾਸ ਦਾ ਪਾਠ ਨੰਬਰ 2 ਆ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸਮਕਾਲੀ ਸਮਾਜ, ਇਹਦਾ ਅਭਿਆਸ ਕਰਾਂਗੇ, ਇਹਦੀ ਐਕਸਰਸਾਈਜ਼ ਕਰਾਂਗੇ। ਇੱਕ ਵਾਰ ਇਹਨੂੰ ਜਲਦੀ ਅਸੀਂ ਦੁਹਰਾਉਂਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏ ਭੋਇ ਦੀ ਤਲਵੰਡੀ ਵਿਖੇ ਹੋਇਆ। ਅੱਜ ਕੱਲ੍ਹ ਇਹ ਪਾਕਿਸਤਾਨ ਨਨਕਾਣਾ ਸਾਹਿਬ ਦੇ ਨਾਲ ਪਾਕਿਸਤਾਨ ਵਿੱਚ ਹੈ, ਨਨਕਾਣਾ ਸਾਹਿਬ ਦੇ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਸੱਚਾ ਸੌਦਾ ਦੇ ਵਿੱਚ ਪੜ੍ਹਿਆ ਸੀਗਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਉਹਨਾਂ ਨੂੰ ਵਪਾਰ ਕਰਨ ਲਈ ਚੂੜਖਾਨੇ ਨਗਰ ਵਿੱਚ ਭੇਜਿਆ ਸੀਗਾ। ਤਾਂ ਗੁਰੂ ਜੀ ਨੂੰ ਰਸਤੇ ਦੇ ਵਿੱਚ ਕੁਝ ਲੋਕ ਮਿਲੇ ਜਿਹੜੇ ਕਿ ਫਕੀਰ ਸਨ ਅਤੇ ਸਾਧੂ ਸਨ, ਅਤੇ ਉਹ ਭੁੱਖੇ ਸਨ, ਅਤੇ ਗੁਰੂ ਜੀ ਉਹਨਾਂ ਨੂੰ ਰਾਸ਼ਨ ਦੇ ਕੇ, ਅਨਾਜ ਖਵਾ ਕੇ, ਉਹਨਾਂ ਨੂੰ ਭੋਜਨ ਖਵਾ ਕੇ ਘਰ ਵਾਪਸ ਆ ਗਏ। ਇਸ ਤੋਂ ਬਾਅਦ ਅਸੀਂ ਇਸ ਜਿਹੜੀ ਘਟਨਾ ਸੀਗੀ ਇਹਨੂੰ ਸੱਚਾ ਸੌਦਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤੋਂ ਬਾਅਦ ਜਨੇਊ ਦੀ ਰਸਮ ਸੀਗੀ ਕਿ ਕਿਵੇਂ ਗੁਰੂ ਜੀ ਨੇ ਜਨੇਊ ਪਾਉਣ ਤੋਂ ਮਨਾ ਕੀਤਾ ਔਰ ਰੂੜੀਵਾਦ ਸਮਾਜਿਕ ਧਾਰਮਿਕ ਰਵਾਇਤਾਂ ਨੂੰ ਚੁਣੌਤੀ ਦਿੱਤੀ। ਕੇਵਲ 9 ਵਰਸ਼ ਦੀ ਸਾਲ ਦੀ ਉਮਰ ਦੇ ਵਿੱਚ ਜਨੇਊ ਦੀ ਰਸਮ ਤੋਂ ਬਾਅਦ ਅਸੀਂ ਮੋਦੀਖਾਨੇ ਦੀ ਘਟਨਾ ਪੜ੍ਹੀ ਸੀ। ਅਸੀਂ ਇਹਦੇ ਬਾਰੇ ਸੁਣਿਆ ਸੀਗਾ ਕਿ ਮੋਦੀਖਾਨੇ ਦੇ ਵਿੱਚ ਗੁਰੂ ਜੀ ਜਿਹੜੀ ਉਹਨਾਂ ਨੂੰ ਨੌਕਰੀ ਮਿਲਦੀ ਸੀ, ਉਹਦੇ 'ਚੋਂ ਆਪਣੇ ਪੈਸੇ ਜਿਹੜੇ ਹੈਗੇ ਉਹ ਗਰੀਬਾਂ ਦੇ ਵਿੱਚ ਉਹਦਾ ਅਨਾਜ ਵੰਡ ਦਿੰਦੇ ਸੀ। ਅਤੇ ਇਸ ਤੋਂ ਬਾਅਦ ਅਸੀਂ ਗੁਰੂ ਜੀ ਦੁਆਰਾ ਗਿਆਨ ਪ੍ਰਾਪਤੀ ਬਾਰੇ ਵੀ ਪੜ੍ਹਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਵਿਖੇ ਰਹਿੰਦੇ ਹਰ ਰੋਜ਼ ਵੇਈ ਨਦੀ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸੀ ਔਰ ਇੱਥੇ ਗੁਰੂ ਜੀ ਨੂੰ ਰੂਹਾਨੀ ਗਿਆਨ ਦੀ ਪ੍ਰਾਪਤੀ ਹੋਈ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੀਆਂ 4 ਉਦਾਸੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਬਾਰੇ ਅਸੀਂ ਪਹਿਲੀ ਉਦਾਸੀ, ਦੂਜੀ ਉਦਾਸੀ, ਦੂਜੀ ਉਦਾਸੀ, ਤੀਜੀ ਅਤੇ ਚੌਥੀ ਉਦਾਸੀ ਬਾਰੇ ਅਸੀਂ ਪੜ੍ਹਿਆ ਸੀਗਾ। ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦੇ ਬਾਰੇ ਅਸੀਂ ਡਿਸਕਸ਼ਨ ਕੀਤੀ ਅਤੇ ਲੋਧੀਆਂ ਦੀ ਸਰਕਾਰ ਸੀਗੀ। ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੌਰਾਨ ਰਾਜਨੀਤਿਕ ਅਵਸਥਾ ਵੀ ਕੋਈ ਐਡੀ ਵਧੀਆ ਨਹੀਂ ਸੀਗੀ। ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵੀ ਅਸੀਂ ਡਿਟੇਲ ਦੇ ਵਿੱਚ ਇੱਥੇ ਅਸੀਂ ਡਿਸਕਸ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ 18 ਸਾਲ ਆਪਣੇ ਪਰਿਵਾਰ ਨਾਲ ਉਹਨਾਂ ਨੇ ਕਰਤਾਰਪੁਰ ਸਾਹਿਬ ਰਹੇ, ਉੱਥੇ ਨਗਰ ਵਸਾਇਆ। ਅਤੇ ਇਸ ਤੋਂ ਬਾਅਦ ਅੱਜ ਦੇ ਇਸ ਵੀਡੀਓ ਦੇ ਵਿੱਚ, ਅੱਜ ਦੀ ਇਸ ਪਾਠ ਦੇ ਵਿੱਚ ਅਸੀਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਪਹਿਲਾਂ ਜਿਹੜੇ ਹੈਗੇ ਆ ਉਹ ਡਿਸਕਸ ਕਰਾਂਗੇ। ਤਾਂ ਵੱਡੇ ਉੱਤਰਾਂ ਵਾਲੇ ਜਿਹੜੇ ਪ੍ਰਸ਼ਨ ਇਹਦੇ ਵਿੱਚ ਪਿਆਰੇ ਵਿਦਿਆਰਥੀਓ, ਪਹਿਲਾ ਪ੍ਰਸ਼ਨ ਸਾਡੇ ਕੋਲ ਆਉਂਦਾ ਹੈ, ਲੋਧੀ ਕਾਲ ਵਿੱਚ ਪੰਜਾਬ ਦੇ ਮੁਸਲਮਾਨਾਂ ਦੀ ਸਮਾਜਿਕ ਸਥਿਤੀ ਦਾ ਵਰਣਨ ਕਰੋ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਲੋਧੀ ਕਾਲ ਦੇ ਵਿੱਚ ਜਿਹੜੇ ਸੁਲਤਾਨ ਸੀਗੇ ਇਹਨਾਂ ਦੇ ਅਧੀਨ ਪੰਜਾਬ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਪੰਜਾਬ ਦਿੱਲੀ ਸਲਤਨਤ ਦਾ ਹੀ ਇੱਕ ਹਿੱਸਾ ਸੀ। ਗੁਰੂ ਜੀ ਦੇ ਜੀਵਨ ਤੋਂ ਪਹਿਲਾਂ 56 ਸਾਲਾਂ ਤੱਕ ਦਿੱਲੀ ਸਲਤਨਤ 3 ਲੋਧੀ ਸ਼ਾਸਕਾਂ ਦੇ ਅਧੀਨ ਰਹੀ। ਇਹਨਾਂ ਦੇ ਵਿੱਚ ਬਹਿਲੋਲ ਲੋਧੀ, ਸਿਕੰਦਰ ਲੋਧੀ ਅਤੇ ਇਬਰਾਹਿਮ ਲੋਧੀ ਸਨ। ਲੋਧੀ ਸੁਲਤਾਨਾਂ ਨੇ ਪੰਜਾਬ ਦੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਦੇ ਲਈ ਪੰਜਾਬ ਵਿੱਚ ਤਾਤਾਰ ਖਾਂ ਲੋਧੀ ਅਤੇ ਦੌਲਤ ਖਾਂ ਲੋਧੀ ਨੂੰ ਆਪਣਾ ਸੂਬੇਦਾਰ ਨਿਯੁਕਤ ਕੀਤਾ ਹੋਇਆ ਸੀ। ਪੰਜਾਬ ਦਾ ਸੂਬੇਦਾਰ ਦੌਲਤ ਖਾਂ ਲੋਧੀ ਦਿੱਲੀ ਦੇ ਸ਼ਾਸਕ ਸਿਕੰਦਰ ਲੋਧੀ ਦੇ ਪ੍ਰਤੀ ਪੂਰਾ ਵਫਾਦਾਰ ਰਿਹਾ, ਪਰੰਤੂ ਜਦੋਂ ਲੋਧੀ ਵੰਸ਼ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਦੇ ਸ਼ਾਸਨ ਦੀ ਵਾਗਡੋਰ ਸੰਭਾਲੀ ਤਾਂ ਦੌਲਤ ਖਾਂ ਲੋਧੀ ਦੀ ਵਫਾਦਾਰੀ ਬਗਾਵਤ ਵਿੱਚ ਤਬਦੀਲ ਹੋ ਗਈ, ਕਿਉਂਕਿ ਉਹ ਆਪ ਪੰਜਾਬ 'ਤੇ ਆਪਣਾ ਸੁਤੰਤਰ ਸ਼ਾਸਨ ਸਥਾਪਿਤ ਕਰਨਾ ਚਾਹੁੰਦਾ ਸੀ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਸਨੇ ਬਾਬਰ ਨੂੰ ਪੰਜਾਬ 'ਤੇ ਹਮਲਾ ਕਰਨ ਲਈ ਉਕਸਾਇਆ ਸੀਗਾ। ਤਾਂ ਮੁਸਲਮਾਨਾਂ ਦਾ ਜਿਹੜਾ ਸਮਾਜ ਸੀਗਾ ਇਹਦੇ ਬਾਰੇ ਗੱਲ ਕਰਦੇ ਹਾਂ। ਬਾਬਰ ਕਾਬਲ ਤੋਂ ਸ਼ਾਸਨ ਕਰਨ ਦੇ ਉਦੇਸ਼ ਨਾਲ ਭਾਰਤ ਆਇਆ ਸੀ। ਉਹ ਪੰਜਾਬੀਆਂ ਉੱਤੇ ਆਪਣਾ ਅਧਿਕਾਰ ਕਰਨਾ ਚਾਹੁੰਦਾ ਸੀ। ਪੰਜਾਬ ਉੱਤੇ ਅਧਿਕਾਰ ਕਰਨ ਲਈ ਇਬਰਾਹਿਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਦੇ ਵਿਚਕਾਰ 1519 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਸੰਘਰਸ਼ ਜਾਰੀ ਰਿਹਾ। ਅਤੇ ਇਹ ਜਿਸ ਤ੍ਰਿਕੋਣੀ ਸੰਘਰਸ਼ ਵਿੱਚ ਕਿਹਾ ਜਾਂਦਾ ਹੈ, ਇਸ ਨੂੰ ਬਾਬਰ ਨੇ ਪੰਜਾਬ 'ਤੇ ਜਿੱਤ ਪ੍ਰਾਪਤ ਕਰਨ ਲਈ 5 ਵਾਰ ਹਮਲੇ ਕੀਤੇ। ਇਹ ਹਮਲੇ ਜਿਹੜੇ ਹੈਗੇ ਆ, ਬਾਬਰ ਨੇ ਪੰਜਾਬ 'ਤੇ ਪਹਿਲਾ ਹਮਲਾ ਅਪ੍ਰੈਲ 1519 ਵਿੱਚ ਪੇਰਾ ਅਤੇ ਬਿਜਨੌਰ, ਦੂਜਾ ਹਮਲਾ ਸਤੰਬਰ 1519 'ਚ ਪੇਸ਼ਾਵਰ ਅਤੇ ਤੀਜਾ ਹਮਲਾ 1520 ਈਸਵੀ ਸੱਯਦਪੁਰ ਵਿਖੇ ਕੀਤਾ। 1524 ਈਸਵੀ ਵਿੱਚ ਬਾਬਰ ਨੇ ਦੌਲਤ ਖਾਂ ਲੋਧੀ ਦੇ ਬੁਲਾਵੇ 'ਤੇ ਪੰਜਾਬ ਉੱਤੇ ਚੌਥਾ ਹਮਲਾ ਕੀਤਾ, ਪਰੰਤੂ 1525 ਈਸਵੀ ਵਿੱਚ 5ਵੇਂ ਹਮਲੇ ਵਿੱਚ ਬਾਬਰ ਨੇ ਦੌਲਤ ਖਾਂ ਲੋਧੀ ਨੂੰ ਹੀ ਹਰਾ ਕੇ ਉਸ ਨੂੰ ਬੱਦੀ ਬਣਾ ਲਿਆ। ਬਾਬਰ ਨੇ ਲਾਹੌਰ ਦੇ ਨਾਲ ਪੰਜਾਬ ਉੱਤੇ ਆਪਣਾ ਅਧਿਕਾਰ ਕਰ ਲਿਆ। ਪੰਜਾਬ ਤੋਂ ਬਾਅਦ ਬਾਬਰ ਦਿੱਲੀ ਵਾਪਸ ਵਧਿਆ। 1526 ਈਸਵੀ ਵਿੱਚ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਪਾਣੀਪਤ ਦੇ ਮੈਦਾਨ ਵਿੱਚ ਯੁੱਧ ਹੋਇਆ, ਜਿਸ ਨੂੰ ਪਾਣੀਪਤ ਦੀ ਪਹਿਲੀ ਲੜਾਈ ਕਿਹਾ
ਜਾਂਦਾ ਹੈ। ਇਸ ਯੁੱਧ ਵਿੱਚ ਇਬਰਾਹਿਮ ਲੋਧੀ ਹਾਰ ਗਿਆ। ਬਾਬਰ ਨੇ ਦਿੱਲੀ ਉੱਤੇ ਜਿੱਤ ਪ੍ਰਾਪਤ ਕਰ ਲਈ ਅਤੇ ਭਾਰਤ ਵਿੱਚ ਮੁਗਲ ਤੁਰਕ ਰਾਜ ਦੀ ਸਥਾਪਨਾ ਕੀਤੀ। ਅਤੇ ਜੇਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਸੀਂ ਬਾਣੀ ਦਾ ਗਹਿਰਾਈ ਨਾਲ ਅਧਿਐਨ ਕਰੀਏ ਤਾਂ ਉਸ ਸਮੇਂ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਜਿਹੜੀ ਸੀਗੀ ਉਹਦੇ 'ਚ ਕੋਈ ਬਹੁਤੀ ਪ੍ਰਸ਼ੰਸਾਯੋਗ ਨਹੀਂ ਸੀ। ਖਾਸ ਤੌਰ 'ਤੇ ਮੁਸਲਮਾਨ ਜਿਹੜੇ ਸੀਗੇ ਉਹਨਾਂ ਦੀ ਹਾਲਤ ਵਧੀਆ ਨਹੀਂ ਸੀ। ਸਮਾਜਿਕ ਅਤੇ ਧਾਰਮਿਕ ਵਿਵਸਥਾ ਦਾ ਪਤਨ ਹੋ ਚੁੱਕਿਆ ਸੀ। ਇਸੇ ਕਾਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ। ਅਸਲ ਵਿੱਚ ਉਹਨਾਂ ਦੀ ਬਾਣੀ ਵਿੱਚ ਸਮਕਾਲੀ ਅਵਸਥਾਵਾਂ ਦਾ ਵਰਣਨ ਗੁਰੂ ਜੀ ਦੀਆਂ ਨੈਤਿਕ ਸਿੱਖਿਆਵਾਂ ਦੇ ਸੰਦਰਭ ਵਿੱਚ ਹੀ ਹੈ। ਪੰਜਾਬ ਦੇ ਤੁਰਕ ਅਫਗਾਨ ਜਿਹੜੇ ਮੁਸਲਮਾਨ ਸੀਗੇ ਉਹ ਸ਼ਾਸਨ ਦੇ ਸਮੇਂ ਮੁਸਲਮਾਨ ਸ਼ਾਸਕ ਸ਼ਰੀਅਤ ਦੇ ਅਨੁਸਾਰ, ਜਿਵੇਂ ਕਿ ਪ੍ਰਸ਼ਨ ਦਾ ਹੈਗਾ ਕਿ ਲੋਧੀ ਕਾਲ ਵਿੱਚ ਪੰਜਾਬ ਦੇ ਮੁਸਲਮਾਨਾਂ ਦੀ ਸਮਾਜਿਕ ਅਵਸਥਾ ਜਿਹੜੀ ਸੀ ਉਹ ਸ਼ਰੀਅਤ ਦੇ ਅਨੁਸਾਰ ਉਹ ਰਾਜ ਚਲਾਉਂਦੇ ਸੀ, ਜਿੱਥੇ ਕਾਜ਼ੀ ਸ਼ਰੀਅਤ ਦੇ ਅਨੁਸਾਰ ਨਿਆਂ ਪ੍ਰਦਾਨ ਕਰਦੇ ਸਨ। ਮੁਸਲਿਮ ਕੁਲੀਨ ਵਰਗ ਦੇ ਉਲਮਾ ਅਤੇ ਸੂਫੀ ਸ਼ੇਖਾਂ ਨੂੰ ਰਾਜਨੀਤਿਕ ਸਰਪ੍ਰਸਤੀ ਪ੍ਰਾਪਤ ਸੀ। ਉਹਨਾਂ ਨੂੰ ਨਕਦੀ ਅਤੇ ਕਰ ਮੁਕਤ ਜਗੀਰਾਂ ਦਿੱਤੀਆਂ ਜਾਂਦੀਆਂ ਸਨ। ਗੈਰ ਮੁਸਲਮਾਨਾਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ। ਉਹਨਾਂ ਨੂੰ ਜਜ਼ੀਆ ਅਤੇ ਤੀਰਥ ਯਾਤਰਾ ਕਰ ਦੇਣਾ ਪੈਂਦਾ ਸੀ। ਕਈ ਹਿੰਦੂ ਜੋ ਕਿ ਫਾਰਸੀ ਭਾਸ਼ਾ ਦਾ ਖਿਆਲ ਰੱਖਦੇ ਸਨ, ਉਹਨਾਂ ਨੂੰ ਮੱਧ ਅਤੇ ਨਿਮਨ ਵਰਗ ਦੇ ਪ੍ਰਸ਼ਾਸਨਿਕ ਕੰਮਾਂ ਜਿਵੇਂ ਕਿ ਪ੍ਰਾਂਤ ਦੇ ਦੀਵਾਨ, ਲੇਖਾਕਾਰ, ਕਾਨੂੰਗੋ, ਚੌਧਰੀ, ਮੁਕੱਦਮ ਅਤੇ ਪਟਵਾਰੀ ਲਗਾ ਲਿਆ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਤਤਕਾਲੀਨ ਪੰਜਾਬ ਦੇ ਅਫਗਾਨ ਸ਼ਾਸਕਾਂ ਦੇ ਸ਼ਾਸਨ ਪ੍ਰਬੰਧਾਂ ਅਤੇ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਤੁਰਕ ਅਫਗਾਨ ਸ਼ਾਸਨ ਦੇ ਕਲਯੁੱਗ ਨਾਲ ਤੁਲਨਾ ਕੀਤੀ ਹੈ। ਉਹਨਾਂ ਨੇ ਸ਼ਾਸਕ ਵਰਗ ਦੇ ਅਤਿਆਚਾਰਾਂ, ਅਨਿਆਂ ਅਤੇ ਗੈਰ ਮੁਸਲਿਮ ਲੋਕਾਂ ਦੇ ਨਾਲ ਜਜ਼ੀਆ ਅਤੇ ਧਾਰਮਿਕ ਯਾਤਰਾ ਕਰ ਰਹੇ ਭੇਦਭਾਵਪੂਰਨ ਕਾਰਜਾਂ ਦਾ ਉਲੇਖ ਕੀਤਾ। ਉਹਨਾਂ ਨੇ ਲਿਖਿਆ ਹੈ ਕਿ ਸ਼ਾਸਕ ਸ਼ੇਰ ਦੀ ਭਾਂਤੀ ਪ੍ਰਜਾ ਦਾ ਸ਼ਿਕਾਰ ਕਰਦੇ ਹਨ। ਉਹਨਾਂ ਦੇ ਮੁਕੱਦਮ ਭਾਵ ਵਜ਼ੀਰ ਲੋਕਾਂ ਨੂੰ ਕੁੱਤਿਆਂ ਵਾਂਗ ਨੋਚਦੇ ਸਨ। ਰਿਸ਼ਵਤਖੋਰੀ ਦਾ ਬੋਲਬਾਲਾ ਸੀ। ਉਹ ਪਰਮਾਤਮਾ ਦੇ ਨਾਂ 'ਤੇ ਉਹਨਾਂ ਦਾ ਦਿਨ ਰਾਤ ਸ਼ੋਸ਼ਣ ਕਰਦੇ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸੱਚੇ ਰਾਜਾ ਭਾਵ ਪਰਮਾਤਮਾ ਦੀ ਭਗਤੀ ਕਰਨ ਦੀ ਸਿੱਖਿਆ ਦਿੱਤੀ। ਉਹਨਾਂ ਦੇ ਅਨੁਸਾਰ ਪਰਮਾਤਮਾ ਦੀ ਸੇਵਾ ਹੀ ਸੱਚੀ ਸੇਵਾ ਹੈ। ਉਹਨਾਂ ਦੇ ਅਨੁਸਾਰ ਪਰਮਾਤਮਾ ਸਰਵਸ਼ਕਤੀਮਾਨ ਹੈ ਅਤੇ ਉਹ ਇੱਕ ਪਲ ਵਿੱਚ ਰਾਜਾ ਨੂੰ ਰੰਕ ਅਤੇ ਰੰਕ ਨੂੰ ਰਾਜਾ ਬਣਾ ਦਿੰਦਾ ਹੈ। ਜੇ ਅਸੀਂ ਇਸ ਤੋਂ ਬਾਅਦ ਦੂਜੇ ਪ੍ਰਸ਼ਨ ਦੀ ਗੱਲ ਕਰੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੀ ਸਮਾਜਿਕ ਅਤੇ ਧਾਰਮਿਕ ਅਵਸਥਾ ਦਾ ਵਰਣਨ ਇਹ ਸਾਡਾ ਪ੍ਰਸ਼ਨ ਹੈ। ਤਾਂ ਇਸ ਦੀ ਅਸੀਂ ਇਹਦੇ ਬਾਰੇ ਪੜ੍ਹਾਂਗੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਮਾਜਿਕ ਅਤੇ ਧਾਰਮਿਕ ਅਵਸਥਾ ਜਿਹੜੀ ਹੈਗੀ ਹੈ 16ਵੀਂ ਸਦੀ ਵਿੱਚ ਪੰਜਾਬ ਦੀ ਸਮਾਜਿਕ ਸਥਿਤੀ ਜ਼ਿਆਦਾ ਚੰਗੀ ਨਹੀਂ ਸੀ। ਸਮਾਜ ਦੋ ਮੁੱਖ ਵਰਗਾਂ ਹਿੰਦੂ ਅਤੇ ਮੁਸਲਿਮ ਵਿੱਚ ਵੰਡਿਆ ਹੋਇਆ ਸੀ। ਤਾਂ ਇਹ ਜਿਹੜੇ ਮੁੱਖ ਵਰਗ ਸੀਗੇ ਮੁਸਲਮਾਨ ਸ਼ਾਸਕ ਵਰਗ ਨਾਲ ਸੰਬੰਧ ਰੱਖਦੇ ਸਨ, ਇਸ ਲਈ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ। ਪੰਜਾਬ ਵਿੱਚ ਮੁਸਲਿਮ ਸਮਾਜ ਵਿਦੇਸ਼ਾਂ ਤੋਂ ਆਏ ਤੁਰਕ ਅਫਗਾਨ ਅਤੇ ਧਰਮ ਪਰਿਵਰਤਨ ਕਰਨ ਵਾਲੇ ਸਥਾਨਕ ਲੋਕਾਂ 'ਤੇ ਆਧਾਰਿਤ ਸੀ। ਧਰਮ ਪਰਿਵਰਤਨ ਕਰਨ ਵਾਲਿਆਂ ਵਿੱਚ ਯੁੱਧ ਦੇ ਸਮੇਂ ਗੁਲਾਮ ਬਣਾਏ ਗਏ ਇਸਤਰੀ, ਪੁਰਸ਼, ਬੱਚੇ ਅਤੇ ਸੂਫੀ ਸੰਤ ਦੇ ਪ੍ਰਭਾਵ ਨਾਲ ਇਸਲਾਮ ਧਰਮ ਕਬੂਲ ਕਰਨ ਵਾਲੇ ਲੋਕ ਪ੍ਰਮੁੱਖ ਸਨ। ਸਾਖਰਤਾ ਕੇਵਲ ਨਗਰਾਂ ਤੱਕ ਹੀ ਸੀਮਿਤ ਸੀ, ਜਿੱਥੇ ਵਿਦਵਾਨ ਲੋਕ ਰਹਿੰਦੇ ਸਨ। ਫਾਰਸੀ ਭਾਸ਼ਾ ਮੁਸਲਮਾਨ ਉੱਚ ਕੁਲੀਨ ਵਰਗ ਦੀ ਭਾਸ਼ਾ ਸੀ, ਜਦਕਿ ਸੂਫੀ ਸੰਤਾਂ ਦੇ ਪ੍ਰਭਾਵ ਕਾਰਨ ਲੋਕ ਭਾਸ਼ਾ ਜਿਹੜੀ ਹੈਗੀ ਹੈ ਪੰਜਾਬੀ ਸਾਹਿਤਕ ਰੂਪ ਧਾਰਨ ਕਰ ਰਹੀ ਸੀ। ਉਸ ਸਮੇਂ ਮੁਸਲਿਮ ਸਮਾਜ 3 ਵਰਗਾਂ ਵਿੱਚ ਵੰਡਿਆ ਸੀ। ਉੱਚ ਵਰਗ ਦੇ ਮੁਸਲਿਮ ਸਮਾਜ ਦੇ ਵਿੱਚ ਉੱਚ ਸ਼੍ਰੇਣੀ ਦੇ ਸਰਦਾਰ, ਅਮੀਰ, ਖਾਨ, ਸ਼ੇਖ, ਮਲਿਕ, ਇਕਤਦਾਰ, ਉਲਮਾ, ਕਾਜ਼ੀ ਆਦਿ ਸ਼ਾਮਲ ਸਨ। ਸਰਕਾਰ ਦੇ ਉੱਚ ਅਹੁਦੇ ਦੇ ਅਧਿਕਾਰੀਆਂ ਨੂੰ ਖਾਨ, ਮਲਿਕ, ਅਮੀਰ ਕਿਹਾ ਜਾਂਦਾ ਸੀ। ਇਕਤਦਾਰ ਉਹਨਾਂ ਸਰਦਾਰਾਂ ਨੂੰ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਸਰਕਾਰ ਵੱਲੋਂ ਕੁਝ ਨਿਰਧਾਰਤ ਇਲਾਕੇ ਮਿਲੇ ਹੋਏ ਸਨ। ਸਮਾਜ ਵਿੱਚ ਉਹਨਾਂ ਦਾ ਜੀਵਨ ਉੱਚ ਪੱਧਰ ਦਾ ਸੀ। ਦੂਜਾ ਸੀਗਾ ਮੱਧ ਵਰਗ ਦੇ ਮੁਸਲਿਮ ਸਮਾਜ ਦੇ ਵਿੱਚ ਮੱਧ ਸ਼੍ਰੇਣੀ ਦੇ ਰੂੜੀਵਾਦੀ ਉਲਮਾ, ਸੂਫੀ, ਪੀਰ ਅਤੇ ਸੱਯਦ ਤੋਂ ਇਲਾਵਾ ਸੈਨਿਕ, ਕਿਸਾਨ, ਵਪਾਰੀ, ਵਿਦਵਾਨ ਅਤੇ ਲੇਖਕ ਆਦਿ ਸ਼ਾਮਲ ਸਨ। ਸਮਾਜ ਵਿੱਚ ਇਹਨਾਂ ਦਾ ਜੀਵਨ ਹੇਠਲੇ ਪੱਧਰ ਦਾ ਸੀ। ਇਸ ਤੋਂ ਬਾਅਦ ਤੀਜੇ ਨੰਬਰ 'ਤੇ ਆਉਂਦਾ ਨਿਮਨ ਵਰਗ ਜਿਹੜਾ ਮੁਸਲਿਮ ਸਮਾਜ ਸੀਗਾ ਉਸ ਦੇ ਨਿਮਨ ਸ਼੍ਰੇਣੀ ਵਿੱਚ ਲੁਹਾਰ, ਤਰਖਾਣ, ਸੁਨਾਰ, ਮੋਚੀ, ਜੁਲਾਹੇ, ਪਿਸ਼ਤੀ ਆਦਿ ਇਹ ਜਿਹੜੇ ਕਾਰੀਗਰ ਸੀਗੇ ਅਤੇ ਸ਼ਿਲਪਕਾਰ ਵੀ ਸੀ, ਇਹ ਵੀ ਇਸੇ ਵਰਗ ਦੇ ਵਿੱਚ ਆਉਂਦੇ ਸੀ। ਇਸ ਤੋਂ ਇਲਾਵਾ ਨੌਕਰ ਅਤੇ ਗੁਲਾਮ ਸ਼ਾਮਲ ਸਨ। ਸਭ ਤੋਂ ਹੇਠਲਾ ਪੱਧਰ ਜਿਹੜਾ ਹੈਗਾ ਗੁਲਾਮ ਵਰਗ ਦਾ ਸੀ। ਗੁਲਾਮਾਂ ਨੂੰ ਵੇਚਿਆ ਅਤੇ ਖਰੀਦਿਆ ਜਾਂਦਾ ਸੀ। ਇੱਦਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਜਿਹੜਾ ਸਮਾਜਿਕ ਅਤੇ 16ਵੀਂ ਸਦੀ ਦੇ ਵਿੱਚ ਤੁਰਕ ਅਫਗਾਨਾਂ ਦੇ ਸ਼ਾਸਨ ਸੰਭਾਲਣ ਕਾਰਨ ਹਿੰਦੂ ਸਮਾਜ ਦੀ ਜਿਹੜੀ ਸਥਿਤੀ ਸੀ ਉਹ ਵੀ ਬੜੀ ਕਮਜ਼ੋਰ ਹੋ ਗਈ ਸੀ। ਰਾਜਪੂਤਾਂ ਦੇ ਸ਼ਕਤੀਹੀਨ ਹੋਣ ਕਾਰਨ ਵਰਨ ਵਿਵਸਥਾ ਵਿੱਚ ਕਈ ਬਦਲਾਅ ਆਏ। ਵੈਦਿਕ ਕਾਲ ਤੋਂ ਹੀ ਹਿੰਦੂ ਸਮਾਜ 4 ਵਰਨਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣਾਂ ਦੀ ਰਾਜਨੀਤਿਕ ਸਰਪ੍ਰਸਤੀ ਖਤਮ ਹੋ ਗਈ ਸੀ। ਜ਼ਿਆਦਾਤਰ ਬ੍ਰਾਹਮਣ ਸਿੱਖਿਆ ਦੇਣ ਅਤੇ ਪੂਜਾ ਪਾਠ ਦਾ ਕੰਮ ਛੱਡ ਕੇ ਹੋਰ ਕਾਰਜਾਂ ਵਿੱਚ ਲੱਗ ਗਏ। ਖੱਤਰੀ ਲੋਕਾਂ ਦਾ ਮੁੱਖ ਧੰਦਾ ਜਿਹੜਾ ਸੀਗਾ ਯੁੱਧ ਕਰਨਾ ਸੀ, ਪਰ ਹੁਣ ਉਹ ਬਦਲਵੇਂ ਹਾਲਾਤ ਕਾਰਨ ਯੁੱਧ ਕਰਨਾ ਛੱਡ ਕੇ ਵਪਾਰ ਅਤੇ ਹੋਰ ਕਿੱਤਿਆਂ ਵਿੱਚ ਲੱਗੇ ਹੋਏ ਸਨ।
ਵੈਸ਼ ਵਰਗ ਦੇ ਲੋਕ ਹਮੇਸ਼ਾ ਤੋਂ ਹੀ ਸ਼ਾਹੂਕਾਰੀ ਵਪਾਰ ਅਤੇ ਖੇਤੀਬਾੜੀ ਕਰਨ ਵਾਲੇ ਸਨ। ਬ੍ਰਾਹਮਣਾਂ ਅਤੇ ਖੱਤਰੀਆਂ ਦਾ ਪ੍ਰਭਾਵ ਘੱਟ ਹੋਣ ਕਾਰਨ ਸ਼ੂਦਰ ਵੀ ਕੁਝ ਹੱਦ ਤੱਕ ਵਰਨ ਵਿਵਸਥਾ ਤੋਂ ਮੁਕਤ ਹੋ ਕੇ ਹੋਰ ਕੰਮ ਧੰਦੇ ਕਰਨ ਲੱਗੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਉਸ ਸਮੇਂ ਦੇ ਸਮਾਜਿਕ ਅਤੇ ਆਰਥਿਕ ਅਵਸਥਾ ਦਾ ਚਿੱਤਰਨ ਕਰਦੀ ਹੈ। ਉਹਨਾਂ ਅਨੁਸਾਰ ਬ੍ਰਾਹਮਣ ਵਰਗ ਸ਼ਾਸਕ ਵਰਗ ਦੀ ਪ੍ਰਸ਼ੰਸਾ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਸੀ। ਖੱਤਰੀ ਜਿਹੜੇ ਹੈਗੇ ਉਹ ਉਹਨਾਂ ਨੇ ਸ਼ਾਸਕ ਵਰਗ ਦਾ ਆਚਰਣ ਅਪਣਾ ਲਿਆ ਸੀਗਾ। ਤਾਂ ਉਸ ਦੌਰਾਨ ਮੁਸਲਿਮ ਸਮਾਜ ਦੇ ਵਿੱਚ ਇਸਤਰੀਆਂ ਦੀ ਜੇ ਸਥਿਤੀ ਦੀ ਇੱਥੇ ਗੱਲ ਕਰੀਏ ਤਾਂ ਮੁਸਲਿਮ ਸਮਾਜ ਵਿੱਚ ਸਿਰਫ ਉੱਚ ਵਰਗ ਦੀਆਂ ਇਸਤਰੀਆਂ ਦੀ ਹਾਲਤ ਹੀ ਕੁਝ ਚੰਗੀ ਸੀ, ਪਰੰਤੂ ਬਾਕੀ ਵਰਗਾਂ ਦੀਆਂ ਇਸਤਰੀਆਂ ਦੀ ਹਾਲਤ ਮਾੜੀ ਸੀ। ਇਸਤਰੀਆਂ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਰੱਖਿਆ ਜਾਂਦਾ ਸੀ। ਉਹ ਬੁਰਕਾ ਪਾਉਂਦੀਆਂ ਸਨ। ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਕਿਸੇ ਵੀ ਤਰ੍ਹਾਂ ਦੇ ਫੈਸਲੇ ਦੇ ਵਿੱਚ ਉਹਨਾਂ ਦੀ ਸਲਾਹ ਜ਼ਰੂਰੀ ਨਹੀਂ ਸਮਝੀ ਜਾਂਦੀ ਸੀ। ਅਮੀਰ ਲੋਕਾਂ ਲਈ ਇਸਤਰੀਆਂ ਨਾਲ ਵਿਆਹ ਕਰਦੇ ਸਨ, ਕਈ ਇਸਤਰੀਆਂ ਨਾਲ ਵਿਆਹ ਕਰਦੇ ਸਨ। ਇਸਤਰੀਆਂ ਨੂੰ ਖਰੀਦਿਆ ਅਤੇ ਵੇਚਿਆ ਜਾਂਦਾ ਸੀ। ਤਲਾਕ ਦੀ ਪ੍ਰਥਾ ਵੀ ਪ੍ਰਚਲਿਤ ਸੀ। ਜੇ ਹਿੰਦੂ ਸਮਾਜ ਦੇ ਵਿੱਚ ਇਸਤਰੀਆਂ ਦੀ ਬਾਰੇ ਗੌਰ ਕਰੀਏ ਤਾਂ ਹਿੰਦੂ ਸਮਾਜ ਵਿੱਚ ਵੀ ਇਸਤਰੀਆਂ ਦੀ ਸਥਿਤੀ ਜ਼ਿਆਦਾ ਚੰਗੀ ਨਹੀਂ ਸੀ। ਜਨਮ ਲੈਂਦੇ ਹੀ ਕੁੜੀਆਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ। ਬਾਲ ਵਿਆਹ ਦੀ ਪ੍ਰਥਾ ਪ੍ਰਚਲਿਤ ਹੋਣ ਕਾਰਨ ਛੋਟੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਂਦਾ ਸੀ। ਉਸ ਸਮੇਂ ਸਤੀ ਪ੍ਰਥਾ ਵੀ ਪ੍ਰਚਲਿਤ ਸੀ। ਜੇਕਰ ਕਿਸੇ ਵਿਆਹੁਤਾ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਸ ਇਸਤਰੀ ਨੂੰ ਪਤੀ ਦੀ ਚਿਤਾ ਦੇ ਨਾਲ ਹੀ ਸਾੜ ਦਿੱਤਾ ਜਾਂਦਾ ਸੀ। ਇਸਤਰੀਆਂ ਘਰ ਦੀ ਚਾਰ ਦੀਵਾਰੀ ਵਿੱਚ ਰਹਿੰਦੀਆਂ ਸਨ। ਉਹਨਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਨਹੀਂ ਸੀ। ਤਾਂ ਉਸ ਦੌਰਾਨ ਗੁਰੂ ਜੀ ਨੇ ਇਸਤਰੀਆਂ 'ਤੇ ਹੋਣ ਵਾਲੇ ਅਤਿਆਚਾਰਾਂ ਦਾ ਵਿਰੋਧ ਕੀਤਾ ਅਤੇ ਇਸਤਰੀਆਂ ਨੂੰ ਸਨਮਾਨ ਦੇਣ ਦਾ ਪ੍ਰਚਾਰ ਕੀਤਾ। ਇਸ ਲਈ ਗੁਰੂ ਜੀ ਨੇ ਇਸਤਰੀਆਂ ਨੂੰ ਸੰਗਤ ਅਤੇ ਪੰਗਤ ਵਿੱਚ ਸ਼ਾਮਲ ਕੀਤਾ। ਗੁਰੂ ਜੀ ਨੇ ਆਪਣੀ ਬਾਣੀ ਵਿੱਚ ਫਰਮਾਇਆ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤਾਂ 16ਵੀਂ ਸਦੀ ਦੇ ਵਿੱਚ ਹਿੰਦੂ ਧਰਮ ਪੰਜਾਬ ਦਾ ਮੁੱਖ ਧਰਮ ਸੀਗਾ। ਇਹਦੇ ਵਿੱਚ ਵੈਦ, ਰਾਮਾਇਣ, ਮਹਾਭਾਰਤ, ਉਪਨਿਸ਼ਦ, ਗੀਤਾ ਆਦਿ 'ਤੇ ਆਧਾਰਿਤ ਸੰਖਿਆਵਾਂ ਪ੍ਰਚਲਿਤ ਸਨ। ਹਿੰਦੂ ਧਰਮ ਕਈ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿੱਚ ਵੈਸ਼ਨਵ ਮਤ, ਸ਼ੈਵ ਮਤ, ਸ਼ਾਕਤ ਮਤ ਜਿਹੜੇ ਹੈਗੇ ਉਹ ਮੁੱਖ ਸਨ। ਬਹੁਤ ਸਾਰੇ ਲੋਕ ਜਾਦੂ ਟੂਣਿਆਂ ਵਿੱਚ ਵੀ ਵਿਸ਼ਵਾਸ ਰੱਖਦੇ ਸਨ। ਕੁਝ ਲੋਕ ਪਿੱਤਰਾਂ ਅਤੇ ਸਥਾਨਕ ਦੇਵੀ ਦੇਵਤਿਆਂ ਜਿਵੇਂ ਕਿ ਗੁੱਗਾ ਪੀਰ ਅਤੇ ਸ਼ੀਤਲਾ ਮਾਤਾ ਆਦਿ ਦੀ ਪੂਜਾ ਵੀ ਕਰਦੇ ਸਨ। ਸਾਰੇ ਗੈਰ ਮੁਸਲਮਾਨ ਹਿੰਦੂ ਨਹੀਂ ਸਨ। ਇਸ ਤੋਂ ਇਲਾਵਾ ਉਸ ਸਮੇਂ ਪੰਜਾਬ ਦੇ ਪਹਾੜੀ ਖੇਤਰਾਂ ਵਿੱਚ ਬੁੱਧ ਅਤੇ ਮੈਦਾਨੀ ਭਾਗਾਂ ਵਿੱਚ ਜੈਨ ਧਰਮ ਨੂੰ ਮੰਨਣ ਵਾਲੇ ਲੋਕ ਵੀ ਰਹਿੰਦੇ ਸਨ, ਜਿਹੜੇ ਕਿ ਅਹਿੰਸਾ ਵਿੱਚ ਵਿਸ਼ਵਾਸ ਰੱਖਦੇ ਸਨ। ਅੱਗੇ ਅਸੀਂ ਗੱਲ ਕਰਦੇ ਹਾਂ ਪ੍ਰਸ਼ਨ ਨੰਬਰ 3 ਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਪਹਿਲੀ ਉਦਾਸੀ ਦਾ ਵਰਣਨ ਵਿਸਥਾਰ ਸਹਿਤ ਕਰੋ। ਤਾਂ ਇਹ ਜਿਹੜਾ ਪਹਿਲੀ ਉਦਾਸੀ ਦਾ ਵਰਣਨ ਵਾਲਾ ਪ੍ਰਸ਼ਨ ਹੈ, ਇਹ ਅਸੀਂ ਡਿਟੇਲ ਦੇ ਵਿੱਚ ਪੜ੍ਹਿਆ ਸੀਗਾ। ਇਹਦਾ ਅਸੀਂ ਉੱਤਰ ਜਿਹੜਾ ਹੈਗਾ ਉਹ ਡਿਸਕਸ ਕਰਦੇ ਹਾਂ। ਤਾਂ ਪਹਿਲੀ ਉਦਾਸੀ 1499 ਈਸਵੀ ਤੋਂ ਲੈ ਕੇ 1510 ਈਸਵੀ ਤੱਕ ਰਹੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਯਾਤਰਾ 1499 ਈਸਵੀ ਵਿੱਚ ਆਰੰਭ ਕੀਤੀ। ਇਸ ਉਦਾਸੀ ਦੌਰਾਨ ਉਹ ਪੂਰਬੀ ਭਾਰਤ ਵੱਲ ਗਏ। ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸਨ। ਇਸ ਯਾਤਰਾ ਦੌਰਾਨ ਉਹ ਲਾਹੌਰ, ਸੈਯਦਪੁਰ, ਸਿਆਲਕੋਟ, ਤਲੁੰਬਾ, ਕੁਰੂਕਸ਼ੇਤਰ, ਪਾਣੀਪਤ, ਦਿੱਲੀ, ਹਰਿਦੁਆਰ, ਗੋਰਖਮਤਾ ਹੁਣ ਜਿਹਨੂੰ ਨਾਨਕ ਮਤਾ ਕਿਹਾ ਜਾਂਦਾ ਹੈ, ਬਨਾਰਸ, ਧੁਬਰੀ, ਗਿਆ, ਪਟਨਾ, ਕਟਕ, ਕਾਮਰੂਪ, ਸਿਲਹਟ, ਢਾਕਾ, ਜਗਨਨਾਥਪੁਰੀ ਤੋਂ ਮੱਧ ਭਾਰਤ ਦੇ ਰਸਤੇ ਚੰਦੇਰੀ, ਭੋਪਾਲ, ਗਵਾਲੀਅਰ, ਆਗਰਾ, ਮਥੁਰਾ ਹੁੰਦੇ ਹੋਏ 1510 ਈਸਵੀ ਵਿੱਚ ਗੁਰੂ ਜੀ ਮੁੜ ਆਪਣੇ ਪਿੰਡ ਤਲਵੰਡੀ ਪਹੁੰਚੇ। ਉਹਨਾਂ ਨੇ ਭਾਈ ਮਰਦਾਨਾ ਨੂੰ ਆਪਣੇ ਘਰ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਉਹ ਆਪ ਤਲਵੰਡੀ ਤੋਂ ਕੁਝ ਦੂਰ ਇਕਾਂਤ ਵਿੱਚ ਰਹਿਣ ਲੱਗੇ। ਪਹਿਲੀ ਉਦਾਸੀ ਦੀਆਂ ਜਿਹੜੀਆਂ ਪ੍ਰਮੁੱਖ ਘਟਨਾਵਾਂ ਹਨ, ਉਹਨਾਂ 'ਚ ਸੈਯਦਪੁਰ ਏਮਨਾਬਾਦ ਦੀ ਘਟਨਾ ਹੈ। ਇੱਥੇ ਗੁਰੂ ਜੀ ਗਰੀਬ ਤਰਖਾਨ ਭਾਈ ਲਾਲੋ ਜੀ ਦੇ ਘਰ ਠਹਿਰੇ। ਉੱਥੋਂ ਦੇ ਅਮੀਰ ਮਲਿਕ ਭਾਗੋ ਨੇ ਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਠਹਿਰਨ ਅਤੇ ਭੋਜਨ ਕਰਨ ਦਾ ਬੁਲਾਵਾ ਭੇਜਿਆ, ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ, ਕਿਉਂਕਿ ਮਲਿਕ ਭਾਗੋ ਨੇ ਗਰੀਬਾਂ ਦਾ ਖੂਨ ਚੂਸ ਕੇ ਦੌਲਤ ਕਮਾਈ ਸੀ, ਜਦਕਿ ਭਾਈ ਲਾਲੋ ਦੀ ਕਮਾਈ ਮਿਹਨਤ ਅਤੇ ਇਮਾਨਦਾਰੀ ਦੀ ਸੀ। ਇਸ ਪ੍ਰਕਾਰ ਗੁਰੂ ਜੀ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਹੱਕ ਅਤੇ ਮਿਹਨਤ ਦੀ ਕਿਰਤ ਕਰਨੀ ਚਾਹੀਦੀ ਹੈ। ਹਰਿਦੁਆਰ ਦੀ ਘਟਨਾ ਹੈਗੀ ਹੈ, ਜਿਸ ਦੇ ਵਿੱਚ ਆਪਣੀ ਯਾਤਰਾ ਦੌਰਾਨ ਜਦੋਂ ਗੁਰੂ ਜੀ ਹਰਿਦੁਆਰ ਪਹੁੰਚੇ, ਉੱਥੇ ਲੋਕ ਕਰਮ ਕਾਂਡਾਂ ਵਿੱਚ ਫਸੇ ਹੋਏ ਅਗਿਆਨਤਾ ਵਸ ਗੰਗਾ ਨਦੀ ਵਿੱਚ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਆਪਣੇ ਮਰੇ ਹੋਏ ਪੁਰਖਾਂ ਪਿੱਤਰਾਂ ਤੱਕ ਪਾਣੀ ਪਹੁੰਚਾਉਣ ਦੀ ਸੂਰਜ ਨੂੰ ਪਾਣੀ ਦੇ ਰਹੇ ਸੀ। ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਣ ਲਈ ਗੁਰੂ ਜੀ ਨੇ ਪੱਛਮ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਗੁਰੂ ਜੀ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਆਪਣੇ ਖੇਤਾਂ ਨੂੰ ਪਾਣੀ ਪਹੁੰਚਾ ਰਹੇ ਹਨ। ਲੋਕਾਂ ਨੇ ਸਵਾਲ ਕੀਤਾ ਕਿ ਤੁਹਾਡੇ ਵੱਲੋਂ ਦਿੱਤਾ ਪਾਣੀ ਇੰਨੀ ਦੂਰ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚ ਸਕਦਾ ਹੈ? ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡੇ ਵੱਲੋਂ ਦਿੱਤਾ ਪਾਣੀ ਦੂਜੀ ਦੁਨੀਆ ਵਿੱਚ ਤੁਹਾਡੇ ਪਿੱਤਰਾਂ ਕੋਲ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਕੁਝ 100 ਮੀਲ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ? ਤਾਂ ਗੁਰੂ ਜੀ ਦੀ ਇਸ ਤਰਕ ਤੋਂ ਲੋਕ ਜਿਹੜੇ ਹੈਗੇ ਉਹ ਬਹੁਤ ਪ੍ਰਭਾਵਿਤ ਹੋਏ। ਇੱਕ ਹੋਰ ਘਟਨਾ ਤਲੁੰਬਾ ਦੀ ਹੈ। ਤਲੁੰਬਾ ਵਿਖੇ ਸੱਜਣ ਨਾਂ ਦਾ ਇੱਕ ਠੱਗ ਰਹਿੰਦਾ ਸੀ, ਜਿਹੜਾ ਕਿ ਆਪਣੀ ਹਵੇਲੀ ਵਿੱਚ ਠਹਿਰਨ ਵਾਲੇ ਯਾਤਰੀਆਂ ਨੂੰ ਕਤਲ ਕਰਕੇ ਉਹਨਾਂ ਦਾ ਸਮਾਨ ਲੁੱਟ ਲੈਂਦਾ ਸੀ।
ਗੁਰੂ ਜੀ ਨੇ ਆਪਣੇ ਉਪਦੇਸ਼ਾਂ ਰਾਹੀਂ ਉਸ ਦਾ ਮਨ ਬਦਲ ਦਿੱਤਾ। ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਗਿਆ। ਉਸਨੇ ਲੁੱਟਮਾਰ ਦਾ ਕੰਮ ਛੱਡ ਕੇ ਧਰਮ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਆਪਣੀ ਹਵੇਲੀ ਨੂੰ ਧਰਮਸ਼ਾਲਾ ਵਿੱਚ ਤਬਦੀਲ ਕਰ ਦਿੱਤਾ। ਇਸ ਤੋਂ ਬਾਅਦ ਜਗਨਨਾਥਪੁਰੀ ਦੀ ਘਟਨਾ ਹੈ। ਪਹਿਲੀ ਉਦਾਸੀ ਦੌਰਾਨ ਜਗਨਨਾਥਪੁਰੀ ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ, ਜਿੱਥੇ ਭਗਵਾਨ ਸ਼੍ਰੀ ਜਗਨਨਾਥ ਵਿਸ਼ਨੂੰ ਦਾ ਮੰਦਰ ਹੈ। ਇੱਥੇ ਗੁਰੂ ਜੀ ਨੇ ਪੁਜਾਰੀਆਂ ਨੂੰ ਵਿਸ਼ਨੂੰ ਭਗਵਾਨ ਦੀ ਮੂਰਤੀ ਦੀ ਪੂਜਾ ਅਤੇ ਆਰਤੀ ਕਰਦਿਆਂ ਦੇਖਿਆ ਤਾਂ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਕਿ ਪਰਮਾਤਮਾ ਨਿਰੰਕਾਰ ਹੈ ਅਤੇ ਸੰਪੂਰਨ ਬ੍ਰਹਮੰਡ, ਆਕਾਸ਼, ਸੂਰਜ, ਚੰਨ, ਤਾਰੇ, ਹਵਾ, ਬਨਸਪਤੀ, ਫੁੱਲ ਸਭ ਕੁਝ ਰਲ ਕੇ ਹਰ ਵੇਲੇ ਹੀ ਉਸ ਦਾ ਨਿਰੰਕਾਰ ਪਰਮਾਤਮਾ ਦੀ ਅਲੌਕਿਕ ਆਰਤੀ ਕਰਦੇ ਰਹਿੰਦੇ ਹਨ। ਤਾਂ ਅਸੀਂ ਅਗਲਾ ਸਾਡਾ ਪ੍ਰਸ਼ਨ ਨੰਬਰ 4, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ। ਤਾਂ ਅਸੀਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜ੍ਹਦੇ ਹਾਂ ਤਾਂ ਉਹਨਾਂ ਤੋਂ ਸਾਨੂੰ ਬਹੁਤ ਜ਼ਿਆਦਾ ਸਿੱਖਿਆਵਾਂ ਮਿਲਦੀਆਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰ ਸਾਨੂੰ ਮਿਲਦੇ ਨੇ। ਤਾਂ ਉਹਨਾਂ ਦਾ ਕਹਿਣਾ ਹੈ ਕਿ ਪਰਮਾਤਮਾ ਇੱਕ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਪਰਮਾਤਮਾ ਦਾ ਪ੍ਰਚਾਰ ਕੀਤਾ। ਉਹਨਾਂ ਨੇ ਉਪਦੇਸ਼ ਦਿੱਤਾ ਕਿ ਸਾਰੇ ਮਨੁੱਖ ਇੱਕ ਹੀ ਪਰਮਾਤਮਾ ਦੀ ਸੰਤਾਨ ਹਨ। ਗੁਰੂ ਜੀ ਅਨੁਸਾਰ ਪਰਮਾਤਮਾ ਦਾ ਕੋਈ ਰੰਗ, ਰੂਪ ਜਾਂ ਆਕਾਰ ਨਹੀਂ, ਉਹ ਨਿਰੰਕਾਰ ਹੈ। ਇਸੇ ਲਈ ਹੀ ਗੁਰੂ ਜੀ ਮੂਰਤੀ ਪੂਜਾ ਦੇ ਸਖਤ ਵਿਰੋਧੀ ਸਨ। ਗੁਰੂ ਜੀ ਅਨੁਸਾਰ ਪਰਮਾਤਮਾ ਸਰਵ ਸ਼ਕਤੀਮਾਨ ਅਤੇ ਸਰਵ ਵਿਆਪਕ ਹੈ। ਉਹ ਬੇਅੰਤ ਸ਼ਕਤੀਆਂ ਦਾ ਮਾਲਕ ਹੈ। ਗੁਰੂ ਜੀ ਅਨੁਸਾਰ ਪਰਮਾਤਮਾ ਚਿਰਸਥਾਈ ਹੈ, ਜਦਕਿ ਸੰਸਾਰ ਨਾਸ਼ਵਾਨ ਹੈ। ਪਰਮਾਤਮਾ ਗੁਰੂ ਜੀ ਅਨੁਸਾਰ ਮਨੁੱਖ ਨੂੰ ਪਰਮਾਤਮਾ ਦੇ ਹੁਕਮ ਜਾਂ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਜੋ ਪਰਮਾਤਮਾ ਦੇ ਭਾਣੇ ਅਨੁਸਾਰ ਨਹੀਂ ਹੈ, ਉਹ ਸਭ ਝੂਠ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਪਰਮਾਤਮਾ ਦੀ ਨਦਰ, ਮਿਹਰ, ਦਇਆ, ਬਖਸ਼ੀਸ਼ ਪ੍ਰਾਪਤ ਕਰਨ ਲਈ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਸਭ ਤੋਂ ਮਹਾਨ ਹੈ। ਉਸ ਦੀ ਮਹਾਨਤਾ ਦਾ ਵਰਣਨ ਕਰਨਾ ਸੰਭਵ ਨਹੀਂ ਹੈ। ਤਾਂ ਉਹਨਾਂ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੌਰਾਨ ਸਾਨੂੰ ਉਦਾਸੀਆਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ 1521 ਈਸਵੀ ਵਿੱਚ ਸੁਲਤਾਨਪੁਰ ਲੋਧੀ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਪਸ ਆਏ ਤਾਂ ਆਉਣ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਨੇੜਲੇ ਇਲਾਕਿਆਂ ਦੀ ਯਾਤਰਾ ਕੀਤੀ। 1522 ਈਸਵੀ ਵਿੱਚ ਉਹਨਾਂ ਨੇ ਰਾਵੀ ਨਦੀ ਦੇ ਕੰਢੇ ਕਰਤਾਰਪੁਰ ਨਗਰ ਵਸਾਇਆ। ਇੱਥੇ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਲਗਭਗ 18 ਸਾਲ ਆਪਣੇ ਪਰਿਵਾਰ ਨਾਲ ਬਤੀਤ ਕੀਤੇ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿੱਚ ਇੱਕ ਕਿਸਾਨ ਦੇ ਰੂਪ ਵਿੱਚ ਖੇਤੀਬਾੜੀ ਕਰਕੇ ਆਦਰਸ਼ ਗ੍ਰਸਤ ਜੀਵਨ ਬਤੀਤ ਕੀਤਾ। ਉਹਨਾਂ ਨੇ ਲੋਕਾਂ ਨੂੰ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦਾ ਸੰਦੇਸ਼ ਦਿੱਤਾ। ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੇ ਆਪਣੇ ਵਿਹਾਰਕ ਜੀਵਨ ਦੀਆਂ ਹੀ ਉਦਾਹਰਨਾਂ ਹਨ। ਉਹਨਾਂ ਨੇ ਆਪਣੇ ਪਿਆਰੇ ਸਿੱਖ ਭਾਈ ਲਹਿਣਾ ਨੂੰ ਗੱਲ ਲਾ ਕੇ ਅੰਗਦ ਦਾ ਨਾਂ ਦੇ ਕੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਭਾਈ ਲਹਿਣਾ ਸਿੱਖਾਂ ਦੇ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। 22 ਸਤੰਬਰ 1539 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ। ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ ਅਤੇ ਮੁਸਲਮਾਨਾਂ ਦਾ ਪੀਰ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਸ਼ਵ ਇਤਿਹਾਸ ਵਿੱਚ ਉੱਚਾ ਸਥਾਨ ਹੈ। ਉਹਨਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਸਾਰੀ ਮਨੁੱਖ ਜਾਤੀ ਦੇ ਕਲਿਆਣ ਦਾ ਰਾਹ ਤਿਆਰ ਕੀਤਾ। ਉਹਨਾਂ ਨੇ ਵਿਸ਼ਵ ਭਾਈਚਾਰੇ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਉਹਨਾਂ ਦੀਆਂ ਸਿੱਖਿਆਵਾਂ ਸਿੱਖ ਧਰਮ ਦਾ ਮੂਲ ਆਧਾਰ ਬਣੀਆਂ। ਪਿਆਰੇ ਵਿਦਿਆਰਥੀਓ, ਹੁਣ ਅਸੀਂ ਇਸ ਪਾਠ ਦੇ ਵਿੱਚ ਜਲਦੀ ਬਹੁਤ ਹੀ 1 ਨੰਬਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਹੈਗੇ ਉਹ ਡਿਸਕਸ ਕਰਾਂਗੇ ਤਾਂ ਕਿ ਹੋਮ ਅਸਾਈਨਮੈਂਟ ਲਈ ਤੁਸੀਂ ਤਿਆਰ ਹੋ ਜਾਓ। ਤਾਂ ਸਾਡੇ ਕੋਲ ਸਭ ਤੋਂ ਪਹਿਲਾ ਪ੍ਰਸ਼ਨ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ, ਜਜ਼ੀਆ ਕੀ ਹੈ। ਤਾਂ ਜਜ਼ੀਆ ਜਿਹੜਾ ਹੈਗਾ, ਮੁਸਲਮਾਨ ਰਾਜੇ ਜਿਹੜੇ ਹੈਗੇ ਆ ਉਹ ਇੱਕ ਟੈਕਸ ਲਿਆ ਕਰਦੇ ਸੀ ਜਿਹੜੇ ਮੁਸਲਮਾਨ ਨਹੀਂ ਸੀ ਉਹਨਾਂ ਤੋਂ। ਤਾਂ ਉਹ ਇੱਕ ਜਜ਼ੀਆ ਜਿਹੜਾ ਹੈਗਾ ਧਾਰਮਿਕ ਕਰ ਹੈ। ਦੂਜਾ ਪ੍ਰਸ਼ਨ ਤੁਹਾਡੀ ਸਕਰੀਨ 'ਤੇ ਹੈ, ਲੇਖਕ ਵਰਗ ਮੁਸਲਿਮ ਸਮਾਜ ਦੇ ਕਿਹੜੇ ਵਰਗ ਵਿੱਚ ਆਉਂਦੇ ਸਨ। ਤਾਂ ਜਿਵੇਂ ਕਿ ਤੁਸੀਂ ਉੱਤਰ ਸਾਹਮਣੇ ਦੇਖ ਰਹੇ ਹੋ, ਤਾਂ ਲੇਖਕ ਵਰਗ ਜਿਹੜਾ ਹੈਗਾ ਉਹ ਮੱਧ ਵਰਗ ਵਿੱਚ ਆਉਂਦਾ ਸੀ, ਅਸੀਂ ਪਹਿਲਾਂ ਪੜ੍ਹਿਆ। ਪ੍ਰਸ਼ਨ ਨੰਬਰ 3, ਦੇਵੀ ਦੁਰਗਾ ਦੀ ਪੂਜਾ ਕਰਨ ਵਾਲਿਆਂ ਨੂੰ ਕੀ ਕਿਹਾ ਜਾਂਦਾ ਹੈ। ਤਾਂ ਇਹਨਾਂ ਨੂੰ ਸ਼ਕਤਾ ਕਹਿੰਦੇ ਆ। ਉਲਮਾ ਕੌਣ ਸਨ। ਅਸੀਂ ਪਾਠ ਵਿੱਚ ਪੜ੍ਹਿਆ ਹੈ ਕਿ ਮੁਸਲਿਮ ਧਾਰਮਿਕ ਨੇਤਾ ਸਨ ਜਿਨ੍ਹਾਂ ਨੂੰ ਕੀ ਉਲਮਾ ਕਿਹਾ ਜਾਂਦਾ ਸੀ। ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ। ਤਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਨੇ ਕੁਝ ਪੈਸੇ ਦੇ ਕੇ ਚੂੜਖਾਨੇ ਭੇਜਿਆ ਸੀਗਾ ਤਾਂ ਉੱਥੇ ਜਿਹੜਾ ਸੀਗੀ ਸੱਚਾ ਸੌਦਾ ਦੀ ਘਟਨਾ ਵਾਪਰੀ। ਪਿਆਰੇ ਵਿਦਿਆਰਥੀਓ, ਸਾਨੂੰ ਪਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਪੈਸਿਆਂ ਨਾਲ ਰਸਦ ਖਰੀਦ ਕੇ ਉੱਥੇ ਦੇ ਸਾਧੂ ਸੰਤ ਅਤੇ ਫਕੀਰ ਜਿਹੜੇ ਭੁੱਖੇ ਸੀਗੇ ਉਹਨਾਂ ਨੂੰ ਖਾਣਾ ਖਵਾਇਆ ਸੀ। ਪ੍ਰਸ਼ਨ ਨੰਬਰ 6 ਦੇ ਵਿੱਚ ਠੀਕ ਗਲਤ ਪ੍ਰਸ਼ਨ ਹੈ।
ਮੁਸਲਮਾਨਾਂ ਦੀਆਂ ਸੁੰਨੀ ਅਤੇ ਸ਼ੀਆ ਦੋ ਮੁੱਖ ਸੰਪਰਦਾਵਾਂ ਹਨ। ਤਾਂ ਇਹ ਪ੍ਰਸ਼ਨ ਠੀਕ ਹੈ, ਇਹਦਾ ਉੱਤਰ ਜਿਹੜਾ ਹੈਗਾ ਠੀਕ ਹੈ, ਕਿਉਂਕਿ ਮੁਸਲਮਾਨਾਂ ਦੇ ਵਿੱਚ ਦੋ ਹੀ ਸੁੰਨੀ ਅਤੇ ਸ਼ੀਆ ਦੋ ਮੁੱਖ ਸੰਪਰਦਾਵਾਂ ਹਨ। ਅੱਗੇ ਖਾਲੀ ਥਾਂ ਹੈ। ਗੁਰੂ ਨਾਨਕ ਦੇਵ ਜੀ ਦਾ ਵਿਆਹ ਡੈਸ਼ ਸ਼ਹਿਰ ਦੇ ਮੂਲਚੰਦ ਦੀ ਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਤਾਂ ਸ਼ਹਿਰ ਦਾ ਨਾਂ ਜਿਹੜਾ ਹੈਗਾ ਅਸੀਂ ਦੱਸਣਾ ਇੱਥੇ, ਤੁਸੀਂ ਸਾਈਡ 'ਤੇ ਦੇਖ ਸਕਦੇ ਹੋ ਕਿ ਬਟਾਲਾ ਹੈ। ਸੁਲਤਾਨਪੁਰ ਵਿੱਚ ਗੁਰੂ ਨਾਨਕ ਦੇਵ ਜੀ ਹਰ ਰੋਜ਼ ਡੈਸ਼ ਨਦੀ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਤਾਂ ਇਹ ਖਾਲੀ ਥਾਂ ਅਸੀਂ ਜਿਹੜੀ ਭਰਨੀ ਇਹਦੇ 'ਚ ਵੇਈ ਆਊਗਾ, ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸੀ। ਪ੍ਰਸ਼ਨ ਨੰਬਰ 9, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਦਾ ਸਮਾਂ 1499 ਈਸਵੀ ਤੋਂ 1510 ਈਸਵੀ ਤੱਕ ਹੈ। ਤਾਂ ਇਹਦਾ ਉੱਤਰ ਜਿਹੜਾ ਹੈਗਾ ਉਹ ਠੀਕ ਹੈ। ਸੱਜਣ ਨਾਂ ਦਾ ਠੱਗ ਕਿੱਥੇ ਰਹਿੰਦਾ ਸੀ? ਤਾਂ ਅਸੀਂ ਪਹਿਲਾਂ ਪੜ੍ਹਿਆ ਪਹਿਲੀ ਉਦਾਸੀ ਦੇ ਵਿੱਚ ਕਿ ਸੱਜਣ ਨਾਂ ਦਾ ਠੱਗ ਜਿਹੜਾ ਹੈਗਾ ਉਹ ਤਲੂੰਬਾ ਵਿਖੇ ਰਹਿੰਦਾ ਸੀ। ਕਾਮਰੂਪ ਕਿਹੜੇ ਰਾਜ ਦਾ ਪੁਰਾਣਾ ਨਾਂ ਹੈ? ਤਾਂ ਕਾਮਰੂਪ ਜਿਹੜਾ ਹੈਗਾ ਉਹ ਇਹਦਾ ਉੱਤਰ ਹੈ ਅਸਾਮ ਰਾਜ ਦਾ ਪੁਰਾਣਾ ਨਾਂ ਹੈ। ਅਸੀਂ ਕੁਇਕ ਰਿਵੀਜ਼ਨ ਦੇ ਵਿੱਚ ਦੇਖਾਂਗੇ ਕਿ ਸੈਯਦਪੁਰ ਏਮਨਾਬਾਦ ਵਿਖੇ ਗੁਰੂ ਜੀ ਗਰੀਬ ਤਰਖਾਨ ਡੈਸ਼ ਜੀ ਦੇ ਘਰ ਠਹਿਰੇ। ਤਾਂ ਇਹ ਜਿਹੜਾ ਗਰੀਬ ਤਰਖਾਨ ਹੈ ਉਹਨਾਂ ਦਾ ਨਾਂ ਭਾਈ ਲਾਲੋ ਜੀ ਹੈ। ਪ੍ਰਸ਼ਨ ਨੰਬਰ 13 ਜਿਹੜਾ ਹੈਗਾ ਕੁਇਕ ਰਿਵੀਜ਼ਨ ਦਾ, ਗੁਰੂ ਨਾਨਕ ਦੇਵ ਜੀ ਨੇ ਕਿਹੜੀ ਉਦਾਸੀ ਦੌਰਾਨ ਮੁਸਲਮਾਨ ਹਾਜੀਆਂ ਵਾਲਾ ਨੀਲਾ ਪਹਿਰਾਵਾ ਧਾਰਨ ਕੀਤਾ? ਤਾਂ ਇਹ ਸੀਗੀ ਚੌਥੀ ਉਦਾਸੀ। ਪ੍ਰਸ਼ਨ ਨੰਬਰ 14, ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ? ਤਾਂ ਇਹਦਾ ਉੱਤਰ ਹੈ ਪਾਕਿਸਤਾਨ। ਮੁਸਲਮਾਨਾਂ ਦੀ ਤੀਰਥ ਸਥਾਨ ਮੱਕਾ ਵਿੱਚ ਇੱਕ ਪਵਿੱਤਰ ਕਾਲਾ ਪੱਥਰ ਹੈ ਜਿਸ ਨੂੰ ਕਾਵਾ ਦੇ ਵਿੱਚ ਹੈ, ਉਹਨੂੰ ਹਿਜਰੇ ਅਸਵਦ ਕਿਹਾ ਜਾਂਦਾ ਹੈ। ਕਾਵਾ ਦੇ ਵਿੱਚ ਇਹ ਪੱਥਰ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਪਾਣੀਪਤ ਦੀ ਪਹਿਲੀ ਲੜਾਈ ਡੈਸ਼ ਈਸਵੀ ਵਿੱਚ ਬਾਬਰ ਅਤੇ ਇਬਰਾਹਿਮ ਲੋਧੀ ਵਿਚਕਾਰ ਹੋਈ, ਜਿਸ ਵਿੱਚ ਇਬਰਾਹਿਮ ਲੋਧੀ ਦੀ ਹਾਰ ਹੋਈ। ਤਾਂ ਇਹ 1526 ਇਹਦਾ ਉੱਤਰ ਹੈ। ਬਾਬਰ ਨੇ ਪੰਜਾਬ 'ਤੇ ਪਹਿਲਾ ਹਮਲਾ ਕਦੋਂ ਕੀਤਾ? ਅਪ੍ਰੈਲ 1519 ਈਸਵੀ ਵਿੱਚ। 18ਵਾਂ ਪ੍ਰਸ਼ਨ, ਇਸਲਾਮ ਧਰਮ ਦੀ ਧਾਰਮਿਕ ਪੁਸਤਕ ਦਾ ਨਾਂ ਡੈਸ਼ ਹੈ, ਖਾਲੀ ਥਾਂ ਹੈ। ਇਹਨਾਂ ਦੀ ਇਸਲਾਮ ਧਰਮ ਦੀ ਜਿਹੜੀ ਧਾਰਮਿਕ ਪੁਸਤਕ ਹੈ ਇਹਦਾ ਨਾਂ ਕੁਰਾਨ ਹੈ। ਪੁਆਇੰਟ ਨੰਬਰ 19, ਮੁਸਲਮਾਨਾਂ ਦੇ ਧਾਰਮਿਕ ਗ੍ਰੰਥ ਕੁਰਾਨ ਵਿੱਚ ਦੱਸੀ ਗਈ ਜੀਵਨ ਜਾਂਚ ਦੇ ਅਨੁਸਾਰ ਜੀਵਨ ਬਤੀਤ ਕਰਨ ਨੂੰ ਸ਼ਰੀਅਤ ਕਿਹਾ ਜਾਂਦਾ ਹੈ। ਇਹ ਠੀਕ ਗਲਤ ਦਾ ਪ੍ਰਸ਼ਨ ਹੈ। ਤਾਂ ਇਹ ਠੀਕ ਹੈ ਕਿ ਇਸ ਨੂੰ ਸ਼ਰੀਅਤ ਕਿਹਾ ਜਾਂਦਾ ਹੈ। ਬਾਬਰ ਦਾ ਪੂਰਾ ਨਾਂ ਜ਼ਹੀਰੁਦੀਨ ਮੁਹੰਮਦ ਬਾਬਰ ਹੈ। ਇਹ ਵੀ 20 ਨੰਬਰ ਪੁਆਇੰਟ ਜਿਹੜਾ ਹੈਗਾ ਇਹ ਵੀ ਠੀਕ ਹੈ। ਬਾਬਰ ਦੀ ਆਤਮ ਕਥਾ ਤੁਜ਼ਕੇ ਬਾਬਰੀ ਜਾਂ ਬਾਬਰਨਾਮਾ ਕਿਸ ਭਾਸ਼ਾ ਵਿੱਚ ਲਿਖੀ ਗਈ? ਇਹਦਾ ਉੱਤਰ ਹੈ ਤੁਰਕੀ। ਪ੍ਰਸ਼ਨ ਨੰਬਰ 22, ਕੁਇਕ ਰਿਵੀਜ਼ਨ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 1522 ਈਸਵੀ ਵਿੱਚ ਰਾਵੀ ਨਦੀ ਦੇ ਕੰਢੇ ਡੈਸ਼ ਨਗਰ ਵਸਾਇਆ? ਉੱਤਰ ਕਰਤਾਰਪੁਰ। ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀ? ਤਾਂ ਇਹਦਾ ਉੱਤਰ ਹੈ ਤਾਤਾਰ ਖਾਂ ਲੋਧੀ। 24 ਨੰਬਰ ਪੁਆਇੰਟ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਦਿੱਲੀ ਦਾ ਸੁਲਤਾਨ ਕੌਣ ਸੀ? ਤਾਂ ਇਹਦਾ ਉੱਤਰ ਹੈ ਬਹਿਲੋਲ ਲੋਧੀ। 25 ਨੰਬਰ ਪ੍ਰਸ਼ਨ, ਮੁਸਲਮਾਨਾਂ ਦੇ ਤੀਰਥ ਸਥਾਨ ਮੱਕਾ ਮਦੀਨਾ ਦੀ ਯਾਤਰਾ ਕਰਨ ਨੂੰ ਹੱਜ ਕਹਿੰਦੇ ਹਨ। ਇਹ ਜਵਾਬ ਜਿਹੜਾ ਹੈਗਾ ਉਹ ਠੀਕ ਹੈ ਉੱਤਰ। ਪੁਆਇੰਟ ਨੰਬਰ 26, ਪੰਜਾਬ ਉੱਤੇ ਅਧਿਕਾਰ ਕਰਨ ਲਈ 1519 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਇਬਰਾਹਿਮ ਲੋਧੀ, ਦੌਲਤ ਖਾਂ ਲੋਧੀ ਅਤੇ ਡੈਸ਼ ਵਿਚਕਾਰ ਤਿਰਕੋਣੀ ਸੰਘਰਸ਼ ਜਾਰੀ ਰਿਹਾ। ਤਾਂ ਇਹ ਤੀਜਾ ਸੀਗਾ ਬਾਬਰ। ਪੁਆਇੰਟ ਨੰਬਰ 26, ਪੰਜਾਬ ਉੱਤੇ ਅਧਿਕਾਰ ਕਰਨ ਲਈ 1519 ਈਸਵੀ ਤੋਂ 1526 ਈਸਵੀ ਤੱਕ ਇਬਰਾਹਿਮ ਲੋਧੀ, ਦੌਲਤ ਖਾਂ ਲੋਧੀ ਅਤੇ ਬਾਬਰ ਵਿਚਕਾਰ ਤਿਰਕੋਣੀ ਸੰਘਰਸ਼ ਜਾਰੀ ਰਿਹਾ। ਇਹ ਰਿਪੀਟ ਹੋ ਗਿਆ। 27 ਨੰਬਰ, ਫਿਰ ਹਿੰਦੂ ਅਤੇ ਮੁਸਲਿਮ ਔਰਤਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਪ੍ਰਾਪਤ ਸੀ। ਤਾਂ ਇਹ ਗਲਤ ਹੈ ਕਿਉਂਕਿ ਉਦੋਂ ਹਿੰਦੂ ਅਤੇ ਮੁਸਲਿਮ ਔਰਤਾਂ ਨੂੰ ਪੜ੍ਹਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ। 16ਵੀਂ ਸਦੀ ਵਿੱਚ ਡੈਸ਼ ਪੰਜਾਬ ਦਾ ਮੁੱਖ ਧਰਮ ਸੀ। ਤਾਂ ਇਹ ਹਿੰਦੂ ਧਰਮ ਹੈ। 29ਵਾਂ ਪੁਆਇੰਟ ਹੈ, ਲੋਧੀ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਤਾਂ ਇਹ ਸੀਗਾ ਇਬਰਾਹਿਮ ਲੋਧੀ। 30 ਨੰਬਰ ਪ੍ਰਸ਼ਨ ਹੈਗਾ, ਵਾਰ ਮਲਹਾਰ, ਵਾਰ ਮਾਝ, ਵਾਰ ਆਸਾ, ਜਪਜੀ ਸਾਹਿਬ ਆਦਿ ਬਾਣੀਆਂ ਦੇ ਰਚਨਹਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ। ਤਾਂ ਇਹ ਉੱਤਰ ਠੀਕ ਹੈ। ਤਾਂ ਹੁਣ ਅਸੀਂ ਅੱਗੇ ਹੋਮ ਅਸਾਈਨਮੈਂਟ, ਪਿਆਰੇ ਵਿਦਿਆਰਥੀਓ, ਤੁਹਾਡੇ ਲਈ ਕੁਇਜ਼ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ। ਤਾਂ ਮੈਂ ਬੇਨਤੀ ਕਰਾਂਗਾ ਕਿ ਸਾਰੇ ਬੱਚਿਆਂ ਨੇ ਧਿਆਨ ਨਾਲ ਇਹ ਪ੍ਰਸ਼ਨ ਜਿਹੜੇ ਹੈਗੇ ਆ ਉਹ ਨੋਟ ਕਰ ਲੈਣੇ। ਔਰ ਇਹ ਹੋਮ ਅਸਾਈਨਮੈਂਟ ਹੈ, ਬਾਅਦ ਵਿੱਚ ਬੈਠ ਕੇ ਇੱਕ ਪ੍ਰਸ਼ਨ ਹੋਊਗਾ, ਉਹਦੀਆਂ 4 ਆਪਸ਼ਨਸ ਹੈਗੀਆਂ, ਉਹਨਾਂ ਨੂੰ ਤੁਸੀਂ ਟਿਕ ਕਰਨਾ ਹੈ। ਤਾਂ ਬੇਨਤੀ ਹੈ ਕਿ ਇਹ ਨੋਟ ਕਰਨਾ ਸ਼ੁਰੂ ਕਰੋ। ਸਭ ਤੋਂ ਪਹਿਲਾ ਪ੍ਰਸ਼ਨ ਹੈ ਕੁਇਜ਼ ਦਾ, 15ਵੀਂ ਤੋਂ 16ਵੀਂ ਸਦੀ ਦੇ ਆਰੰਭ ਤੱਕ ਪੰਜਾਬ ਉੱਪਰ ਕਿਸ ਵੰਸ਼ ਦੇ ਸ਼ਾਸਕ ਦਾ ਰਾਜ ਸੀ? ਇੱਕ ਵਾਰ ਫਿਰ ਰਿਪੀਟ ਕਰਦਾ ਮੈਂ, 15ਵੀਂ ਤੋਂ 16ਵੀਂ ਸਦੀ ਦੇ ਆਰੰਭ ਤੱਕ ਪੰਜਾਬ ਉੱਪਰ ਕਿਸ ਵੰਸ਼ ਦੇ ਸ਼ਾਸਕ ਦਾ ਰਾਜ ਸੀ? ਊੜਾ ਆਪਸ਼ਨ ਹੈ ਮੁਗਲ, ਆੜਾ ਲੋਧੀ, ਈੜੀ ਖਿਲਜੀ, ਸੱਸਾ ਸੈਯਦ। ਪ੍ਰਸ਼ਨ ਨੰਬਰ 2,
ਲੋਧੀ ਸੁਲਤਾਨਾਂ ਦੇ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਕਿਹੋ ਜਿਹੀ ਸੀ। ਤੁਹਾਡੀ ਸਕਰੀਨ 'ਤੇ ਪ੍ਰਸ਼ਨ ਹੈ, ਲੋਧੀ ਸੁਲਤਾਨਾਂ ਦੇ ਸਮੇਂ ਪੰਜਾਬ ਦੀ ਸਮਾਜਿਕ ਦਸ਼ਾ ਕਿਹੋ ਜਿਹੀ ਸੀ। ਊੜਾ ਬਹੁਤ ਚੰਗੀ, ਆੜਾ ਚੰਗੀ ਨਹੀਂ ਸੀ। ਈੜੀ ਦੋਵੇਂ ਆ ਗਏ ਇਹਦੇ 'ਚ, ਔਰ ਸੱਸਾ ਜਿਹੜਾ ਹੈਗਾ ਕਹਿ ਨਹੀਂ ਸਕਦੇ। ਕੁਇਜ਼ ਦਾ ਪ੍ਰਸ਼ਨ ਨੰਬਰ 3, ਗੁਰੂ ਨਾਨਕ ਦੇਵ ਜੀ ਦਾ ਜਨਮ ਕਿਸ ਪਿੰਡ ਵਿੱਚ ਹੋਇਆ। ਚੂੜਕਾਨਾ, ਤਲੂੰਬਾ, ਸੈਯਦਪੁਰ ਜਾਂ ਰਾਏ ਭੋਏ ਦੀ ਤਲਵੰਡੀ। ਪ੍ਰਸ਼ਨ ਨੰਬਰ 4 ਤੁਹਾਡੀ ਸਕਰੀਨ 'ਤੇ, ਰਾਏ ਭੋਏ ਦੀ ਤਲਵੰਡੀ ਨੂੰ ਅੱਜ ਕੱਲ੍ਹ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਨੰਬਰ 1 ਨਨਕਾਣਾ ਸਾਹਿਬ, 2 ਕਰਤਾਰਪੁਰ, 3 ਅੰਮ੍ਰਿਤਸਰ, 4 ਸੁਲਤਾਨਪੁਰ। ਪ੍ਰਸ਼ਨ ਫੇਰ ਬੋਲਦਾ, ਰਾਏ ਭੋਏ ਦੀ ਤਲਵੰਡੀ ਨੂੰ ਅੱਜ ਕੱਲ੍ਹ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਊੜਾ ਨਨਕਾਣਾ ਸਾਹਿਬ, ਆੜਾ ਕਰਤਾਰਪੁਰ, ਈੜੀ ਅੰਮ੍ਰਿਤਸਰ, ਸੱਸਾ ਸੁਲਤਾਨਪੁਰ। ਪ੍ਰਸ਼ਨ ਨੰਬਰ 5 ਕੁਇਜ਼ ਦਾ ਪ੍ਰਸ਼ਨ ਨੰਬਰ 5 ਤੁਹਾਡੀ ਸਕਰੀਨ 'ਤੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਕਸਰ ਕਿਸ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਊੜਾ ਕੱਤਕ, ਆੜਾ ਪੋ, ਈੜੀ ਮਾਘ, ਸੱਸਾ ਸਾਵਨ। ਪ੍ਰਸ਼ਨ ਨੰਬਰ 6 ਗੁਰੂ ਨਾਨਕ ਦੇਵ ਜੀ ਦਾ ਜਨਮ ਵਰ੍ਹਾ ਜਾਂ ਸਾਲ ਕਿਹੜਾ ਸੀ। ਊੜਾ 1439 ਈਸਵੀ, ਆੜਾ 1469, ਈੜੀ 1400, ਸੱਸਾ 1539। ਪ੍ਰਸ਼ਨ ਨੰਬਰ 7 ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਂ ਦੱਸੋ। ਪ੍ਰਸ਼ਨ ਨੰਬਰ 7 ਗੁਰੂ ਨਾਨਕ ਦੇਵ ਜੀ ਦੇ ਮਾਤਾ ਦਾ ਨਾਂ ਦੱਸੋ। ਊੜਾ ਮਾਤਾ ਤ੍ਰਿਪਤਾ, ਆੜਾ ਮਾਤਾ ਗੁਜਰੀ, ਈੜੀ ਮਾਤਾ ਦਇਆ ਕੌਰ, ਸੱਸਾ ਮਾਤਾ ਸਬਰਾਈ। ਪ੍ਰਸ਼ਨ ਨੰਬਰ 8 ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਸ਼ਹਿਰ ਵਿੱਚ ਹੋਇਆ। ਊੜਾ ਬਟਾਲਾ, ਆੜਾ ਲਾਹੌਰ, ਈੜੀ ਜਲੰਧਰ, ਸੱਸਾ ਕਰਤਾਰਪੁਰ। ਗੁਰੂ ਨਾਨਕ ਦੇਵ ਜੀ ਜਨੇਊ ਪਹਿਨਾਉਣ ਦੀ ਰਸਮ ਲਈ ਕਿਸ ਪੰਡਿਤ ਨੂੰ ਬੁਲਾਇਆ ਗਿਆ। ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਹਿਨਾਉਣ ਦੀ ਰਸਮ ਲਈ ਕਿਸ ਪੰਡਿਤ ਨੂੰ ਬੁਲਾਇਆ ਗਿਆ। ਊੜਾ ਰਾਏ ਬੁਲਾਰ, ਆੜਾ ਪੰਡਿਤ ਹਰਦਿਆਲ, ਈੜੀ ਰਾਮਦੀਨ, ਸੱਸਾ ਹਰਜਸ। ਪ੍ਰਸ਼ਨ ਨੰਬਰ 10 ਸੱਚਾ ਸੌਦਾ ਦੀ ਘਟਨਾ ਕਿਸ ਨਾਲ ਸੰਬੰਧਿਤ ਹੈ। ਊੜਾ ਗੁਰੂ ਨਾਨਕ ਦੇਵ ਜੀ, ਆੜਾ ਬਾਬਰ, ਈੜੀ ਦੌਲਤ ਖਾਂ ਲੋਧੀ, ਸੱਸਾ ਪੰਡਿਤ ਹਰਦਿਆਲ। 11ਵਾਂ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਦੇ ਪਿਤਾ ਵੱਲੋਂ ਦਿੱਤੀ ਕੁਝ ਰਕਮ ਦਾ ਕਿਸ ਨੂੰ ਖਾਣਾ ਖਵਾ ਦਿੱਤਾ ਸੀ। ਊੜਾ ਠੱਗਾਂ ਨੂੰ, ਆੜਾ ਭੁੱਖੇ ਸਾਧਾਂ ਨੂੰ, ਈੜੀ ਚੋਰਾਂ ਨੂੰ, ਸੱਸਾ ਕਿਸੇ ਨੂੰ ਵੀ ਨਹੀਂ। ਪ੍ਰਸ਼ਨ ਨੰਬਰ 12 ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਕਿਸ ਸ਼ਹਿਰ ਵਿੱਚ ਵਿਆਹੇ ਹੋਏ ਸੀ। ਊੜਾ ਸੁਲਤਾਨਪੁਰ, ਆੜਾ ਲਾਹੌਰ, ਈੜੀ ਦਿੱਲੀ, ਸੱਸਾ ਸਰਹੰਦ। ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਨੌਕਰੀ ਮਿਲੀ। ਊੜਾ ਦਰਬਾਰ ਵਿੱਚ, ਆੜਾ ਮੋਦੀਖਾਨੇ ਵਿੱਚ, ਈੜੀ ਮਹਿਲ ਵਿੱਚ, ਸੱਸਾ ਜੰਗਲ ਵਿੱਚ। ਪ੍ਰਸ਼ਨ ਨੰਬਰ 14 ਸੁਲਤਾਨਪੁਰ ਵਿਖੇ ਗੁਰੂ ਜੀ ਕਿਸ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਊੜਾ ਬੇਈ ਨਦੀ, ਆੜਾ ਰਾਵੀ ਨਦੀ, ਈੜੀ ਬਿਆਸ, ਸੱਸਾ ਸਤਲੁਜ। ਪ੍ਰਸ਼ਨ ਨੰਬਰ 15 ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤੀ ਕਦੋਂ ਹੋਈ। ਊੜਾ 1469, ਆੜਾ 1499, ਈੜੀ 1500, ਸੱਸਾ 1569। ਗਿਆਨ ਪ੍ਰਾਪਤੀ ਉਪਰੰਤ ਗੁਰੂ ਜੀ ਨੇ ਕਿਹੜੇ ਪਹਿਲੇ ਸ਼ਬਦ ਉਚਾਰੇ। ਊੜਾ ਨਾ ਕੋਈ ਹਿੰਦੂ ਨਾ ਮੁਸਲਮਾਨ, ਆੜਾ ਪਰਮਾਤਮਾ ਇੱਕ ਹੈ, ਈੜੀ ਕਿਰਤ ਕਰੋ, ਸੱਸਾ ਨਾਮ ਜਪੋ। ਜਜ਼ੀਏ ਤੋਂ ਕੀ ਭਾਵ ਹੈ। ਊੜਾ ਧਾਰਮਿਕ ਨੇਤਾ, ਆੜਾ ਇੱਕ ਰਾਜਾ, ਈੜੀ ਸ਼ਹਿਰ ਦਾ ਨਾਂ, ਸੱਸਾ ਧਾਰਮਿਕ ਟੈਕਸ। 18 ਪ੍ਰਸ਼ਨ ਨੰਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ। ਊੜਾ ਯਾਤਰਾ, ਆੜਾ ਘਟਨਾਵਾਂ, ਈੜੀ ਉਦਾਸੀਆਂ, ਸੱਸਾ ਭ੍ਰਮਣ। ਪ੍ਰਸ਼ਨ ਨੰਬਰ 19 ਪਹਿਲੀ ਉਦਾਸੀ ਦਾ ਸਮਾਂ ਦੱਸੋ। ਊੜਾ 1499 ਤੋਂ 1510, ਆੜਾ 1499 ਤੋਂ 1520, ਈੜੀ 1499 ਤੋਂ 1500, ਸੱਸਾ 1499 ਤੋਂ 1560। ਪਹਿਲੀ ਉਦਾਸੀ ਦੌਰਾਨ ਗੁਰੂ ਜੀ ਕਿਸ ਦਿਸ਼ਾ ਭਾਰਤ ਵੱਲ ਗਏ। ਤਾਂ ਊੜਾ ਹੈਗਾ ਦੱਖਣੀ ਭਾਰਤ, ਪੂਰਬੀ ਭਾਰਤ, ਈੜੀ ਪੱਛਮੀ ਭਾਰਤ ਅਤੇ ਉੱਤਰੀ ਭਾਰਤ। ਤਾਂ ਇਹ ਬੇਟਾ ਤੁਹਾਡੇ ਲਈ ਕੁਇਜ਼ ਸੀਗਾ, ਅਤੇ ਕੁਇਜ਼ ਜਿਹੜਾ ਹੈਗਾ ਇਹਦੇ ਘਰ ਬੈਠ ਕੇ ਤੁਸੀਂ ਹੋਮ ਅਸਾਈਨਮੈਂਟ ਹੈ, ਉਮੀਦ ਹੈ ਕਿ ਇਹਨੂੰ ਤੁਸੀਂ ਤਿਆਰ ਜ਼ਰੂਰ ਕਰੋਗੇ।